ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਟ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਤੇ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ। ਚਰਚਾ ਕਰਾਂਗੇ ਹੁਣ ਤੱਕ ਦੀਆਂ ਮੁੱਖ ਖਬਰਾਂ ਦੇ ਉੱਤੇ, ਸਿਆਸੀ ਖਬਰਾਂ ਦੇ ਉੱਤੇ। ਉਮੀਦਵਾਰਾਂ ਦੀ ਐਲਾਨ ਤੋਂ ਪਹਿਲਾਂ ਹੀ ਕਾਂਗਰਸ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ ਕਿ ਕਾਂਗਰਸ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਬਾਅਦ ਹੀ ਚੋਣ ਲੜੇਗੀ। ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਛੱਡ ਸਕਦੇ ਨੇ? कि अज चोन कमीशन के वलों रैलियां ते रोड शो करने की इजाजत दी जा सकती है। तमाम खबरों लैके विचार चर्चा करांगे ते इस चर्चा दे विच साडे नाल शामिल ने डॉक्टर भीमिंदर सिंह। डॉक्टर साहब प्रोग्राम च स्वागत है जी। बहुत बहुत शुक्रिया, मेहरबानी, धन्यवाद गुरप्रीत जी। डॉक्टर साहब जिस तरह गल की जाए कांग्रेस के उम्मीदवारों की पहली सूची ही हजे तक जारी नहीं हुई, पर उस तो पहला ही एक बड़ा धमाका कर दिता गया है। एक साबका मंत्री के वलों अस्तीफा दे दिता गया है। की लगता है कि आने वाले समय च होर भी इस तरह के धमाके हो सकते हैं पार्टी च? जी गुरप्रीत जी, आप पहला भी यह गल लगातार करते आ रहे हैं कि कांग्रेस ने जदों ही सूची अपनी जारी करनी है उदों ही बड़े धमाके होने ने, और जो जो सब नेड़े आ रहे हैं ਤੁਸੀਂ ਦੇਖੋਗੇ ਕਿ ਮੰਤਰੀ ਹੋਣ ਜਾਂ ਵਿਧਾਇਕ ਹੋਣ ਜਾਂ ਇਹਨਾਂ ਦੇ ਹੋਰ ਵੱਡੇ ਲੀਡਰ ਹੋਣ, ਉਹਨਾਂ ਦੀਆਂ ਇਹੀ ਕਨਸੋਆਂ ਆ ਰਹੀਆਂ ਨੇ ਕਿ ਉਹ ਪਾਰਟੀ ਛੱਡ ਸਕਦੇ ਨੇ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਜਿਉਂ-ਜਿਉਂ ਇਹ ਸੂਚੀਆਂ ਜਾਰੀ ਹੋਣਗੀਆਂ, ਪਹਿਲੀ ਸੂਚੀ ਫਿਰ ਦੂਜੀ ਫਿਰ ਤੀਜੀ, ਤਿਉਂ ਤੁਸੀਂ ਦੇਖੋਗੇ ਕਿ ਕਾਂਗਰਸ ਦੇ ਵਿੱਚ ਬਗਾਵਤਾਂ ਦਾ ਜਿਹੜਾ ਹੈਗਾ ਦੌਰ ਉਹ ਸ਼ੁਰੂ ਹੋਵੇਗਾ, ਔਰ ਲਗਾਤਾਰ ਇੱਕ ਤੋਂ ਬਾਅਦ ਦੂਜੇ ਜਿਹੜੇ ਮੰਤਰੀ ਨੇ, ਚਾਹੇ ਪੁਰਾਣੇ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਲੀਡਰ ਨੇ, ਉਹਨਾਂ ਵੱਲੋਂ ਅਸਤੀਫਿਆਂ ਦੀ ਝੜੀ ਜਿਹੜੀ ਹੈਗੀ ਲੱਗੇਗੀ, ਔਰ ਦੂਸਰੀਆਂ ਪਾਰਟੀਆਂ ਦੇ ਵਿੱਚ ਜਾਣ ਦੀਆਂ ਸੰਭਾਵਨਾਵਾਂ ਵੀ ਨਜ਼ਰ ਨਾਲ ਦੀ ਨਾਲ ਆਉਣਗੀਆਂ। ਸੋ ਕਹਿਣ ਦਾ ਮਤਲਬ ਹੈ ਕਿ ਕਾਂਗਰਸ ਦੇ ਵਿੱਚ ਇਸ ਵੇਲੇ ਬਹੁਤ ਖਿੱਚੋਤਾਣ ਬਣੀ ਹੋਈ ਹੈ। ਵੱਖ-ਵੱਖ ਸੀਟਾਂ ਨੂੰ ਲੈ ਕੇ ਜਿਹੜੀ ਹੈਗੀ ਆਪਾਂ ਕਹਿ ਸਕਦੇ ਹਾਂ ਕਿ ਲਗਾਤਾਰ ਸੰਘਰਸ਼ ਜਾਰੀ ਹੈ। ਚੰਨੀ ਸਾਹਿਬ ਕਹਿ ਰਹੇ ਨੇ ਕਿ ਮੇਰੇ ਬੰਦੇ ਜਿਹੜੇ ਨੇ ਉਹ ਅੱਗੇ ਆਉਣੇ ਚਾਹੀਦੇ ਨੇ। ਇਸੇ ਤਰ੍ਹਾਂ ਨਵਜੋਤ ਸਿੰਘ ਖੁਦ ਕਹਿ ਰਹੇ ਨੇ ਕਿ ਮੈਂ ਆਪਣੀ ਜਿਹੜੀ ਹੈਗੀ ਲਿਸਟ ਦਿੱਤੀ ਆ ਉਹਦੇ ਮੁਤਾਬਕ ਲਿਸਟਾਂ ਤੈਅ ਹੋਣੀਆਂ ਚਾਹੀਦੀਆਂ ਨੇ। ਇਸੇ ਤਰ੍ਹਾਂ ਸੁਨੀਲ ਜਾਖੜ ਸਾਹਿਬ ਜਿਹੜੇ ਨੇ ਉਹ ਗੱਲਾਂ ਕਰ ਰਹੇ ਨੇ ਕਿ ਮੇਰੇ ਬੰਦੇ ਜਿਹੜੇ ਨੇ ਉਹ ਲਿਸਟ ਦੇ ਵਿੱਚ ਪਾਏ ਜਾਣੇ ਚਾਹੀਦੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਵੱਖ-ਵੱਖ ਲੀਡਰਾਂ ਦੀਆਂ ਆਪਣੇ ਮਨਪਸੰਦ ਲੀਡਰ ਨੇ, ਔਰ ਆਪਣੇ ਮਨਪਸੰਦ ਕਹਿ ਸਕਦੇ ਹਾਂ ਕਿ ਉਮੀਦਵਾਰ ਨੇ। ਇਹੀ ਤੁਸੀਂ ਦੇਖਿਆ ਹੋਵੇਗਾ ਕਿ ਕੱਲ ਵੀ ਸਿੱਧੂ ਮੂਸੇਵਾਲਾ ਨਵਜੋਤ ਸਿੰਘ ਸਿੱਧੂ ਨੂੰ ਮਿਲੇ ਨੇ। ਉਹ ਉੱਥੇ ਉਹ ਕਹਿੰਦੇ ਨੇ ਕਿ ਮਾਨਸਾ ਦੇ ਵਿੱਚ ਮੈਨੂੰ ਟਿਕਟ ਦਿੱਤੀ ਜਾਵੇ, ਔਰ ਦੂਜੇ ਪਾਸੇ ਤੁਸੀਂ ਦੇਖਿਆ ਹੋਵੇਗਾ ਕਿ ਨਾਜ਼ਰ ਸਿੰਘ ਮਾਨਸ਼ਾਹੀਆ ਜਿਹੜੇ ਕਿ ਕਿਸੇ ਵੇਲੇ ਆਪ ਦੇ ਲੀਡਰ ਸੀਗੇ, ਆਪ ਦੇ ਐਮਐਲਏ ਸੀਗੇ, ਕਾਂਗਰਸ ਦੇ ਵਿੱਚ ਸ਼ਿਫਟ ਹੋਏ ਸੀਗੇ, ਉਹਨਾਂ ਨੇ ਚਿੱਠੀ ਲਿਖ ਕੇ ਬਕਾਇਦਾ ਹਾਈ ਕਮਾਂਡ ਨੂੰ ਕਿਹਾ ਕਿ ਇਦਾਂ ਦੇ ਬੰਦਿਆਂ ਨੂੰ, ਇਦਾਂ ਦੇ ਗਾਇਕਾਂ ਨੂੰ ਜਿਹੜੀ ਹੈਗੀ ਟਿਕਟ ਨਾ ਦਿੱਤੀ ਜਾਵੇ। ਇਸੇ ਤਰ੍ਹਾਂ ਰੂਬੀ ਜੀ ਜਿਹੜੇ ਨੇ ਬਠਿੰਡਾ ਦਿਹਾਤੀ ਤੋਂ ਕਿਸੇ ਵੇਲੇ ਆਮ ਆਦਮੀ ਪਾਰਟੀ ਦੀ ਚੋਣ ਲੜੇ ਸੀਗੇ, ਉਹਨਾਂ ਦੇ ਏਰੀਏ ਦੇ ਵਿੱਚ ਵੀ ਜਿਹੜਾ ਹੈਗਾ ਕਾਫੀ ਖਲਲ ਪਿਆ ਹੋਇਆ ਹੈ। ਉਹਨਾਂ ਨੂੰ ਵੀ ਸ਼ਿਫਟ ਕੀਤਾ ਜਾ ਰਿਹਾ ਹੈ, ਕਿਸੇ ਹੋਰ ਜਗ੍ਹਾ ਤੋਂ ਉਹਨਾਂ ਨੂੰ ਚੋਣ ਲੜਾਈ ਜਾ ਰਹੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਵੱਖ-ਵੱਖ ਜਿਹੜੇ ਨੇ ਵੱਡੇ ਲੀਡਰ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਚਾਹੇ ਬ੍ਰਹਮਿੰਦਰਾ ਜੀ ਹੋਣ, ਬ੍ਰਹਮਿੰਦਰਾ ਜੀ ਨੂੰ ਪਟਿਆਲਾ 2 ਤੋਂ ਟਿਕਟ ਦਿੱਤੀ ਜਾ ਰਹੀ ਹੈ, ਪਰ ਉਹ ਕਹਿੰਦੇ ਨੇ ਕਿ ਮੈਨੂੰ ਇਸ ਵਾਰੀ ਟਿਕਟ ਨਹੀਂ ਚਾਹੀਦੀ, ਮੇਰੇ ਬੇਟੇ ਨੂੰ ਟਿਕਟ ਚਾਹੀਦੀ ਹੈ। ਸੋ ਉੱਥੇ ਵੀ ਪੇਚ ਫਸਿਆ ਹੋਇਆ ਹੈ। ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਲਹਿਰਾ ਗਾਗਾ ਤੋਂ ਬੀਬੀ ਭੱਠਲ ਜੀ ਨੇ, ਉਹਨਾਂ ਨੂੰ ਜਦੋਂ ਟਿਕਟ ਮਿਲ ਰਹੀ ਹੈ ਉਹ ਕਹਿੰਦੇ ਨੇ ਕਿ ਮੇਰੇ ਬੇਟੇ ਨੂੰ ਟਿਕਟ ਦਿੱਤੀ ਜਾਵੇ। ਸੋ ਕਹਿਣ ਦਾ ਮਤਲਬ ਹੈ ਕਿ ਕਾਫੀ ਪੇਚ ਇਸ ਵੇਲੇ ਫਸਦੇ ਨਜ਼ਰ ਆ ਰਹੇ ਨੇ। ਇਹੀ ਕਾਰਨ ਹੈ ਕਿ ਸੂਚੀ ਜਿਹੜੀ ਹੈਗੀ ਹੈ ਲਗਾਤਾਰ, ਜਿਹੜੀ ਉਮੀਦ ਆਪਾਂ ਨੂੰ ਕੀਤੀ ਜਾਣੀ ਚਾਹੀਦੀ ਸੀਗੀ ਕਿ ਇਹ ਅੱਜ ਤੋਂ ਕਈ ਦਿਨ ਪਹਿਲਾਂ ਜਾਰੀ ਹੋਣੀ ਸੀਗੀ, ਇਸ ਕਰਕੇ ਲੇਟ ਹੋ ਰਹੀ ਹੈ। ਔਰ ਇਸ ਲੇਟ ਹੋਣ ਦਾ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਆਪਸੀ ਖਿੱਚੋਤਾਣ ਹੈ, ਔਰ ਇਹਦਾ ਖਮਿਆਜਾ ਜਦੋਂ ਭੁਗਤਣਾ ਪਏਗਾ ਤਾਂ ਲਾਜ਼ਮੀ ਤੌਰ ਤੇ, ਕਿਉਂਕਿ ਹੁਣ ਸਮਾਂ ਬਹੁਤ ਥੋੜਾ ਬਚਿਆ ਹੈ। ਇੱਕ ਪਾਸੇ ਚੰਨੀ ਸਾਹਿਬ ਕਹਿ ਰਹੇ ਨੇ ਕਿ ਇਹ ਚੋਣਾਂ ਜਿਹੜੀਆਂ ਨੇ ਲੇਟ ਹੋਣੀਆਂ ਚਾਹੀਦੀਆਂ ਨੇ, 4-5 ਦਿਨ ਲੇਟ ਕਰ ਦਿਓ, ਤਾਂ ਕਿ ਜਿਹੜਾ ਹੈਗਾ ਉਹਨਾਂ ਨੇ ਆਪਣੀ ਲੌਜਿਕ ਦਿੱਤੀ ਹੈ ਕਿ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਿਹੜਾ ਹੈਗਾ ਗੁਰਪੁਰਬ ਹੈ, ਜਾਂ ਆਪਾਂ ਕਹਿ ਸਕਦੇ ਹਾਂ ਕਿ ਉਸ ਦਿਨ ਜਨਮ ਦਿਹਾੜਾ ਬਣਾਇਆ ਜਾਂਦਾ ਹੈ ਪੂਰੀ ਦੁਨੀਆ ਦੇ ਵਿੱਚ। ਉਸ ਲੌਜਿਕ ਨੂੰ ਲੈ ਕੇ ਉਹਨਾਂ ਨੇ ਮੰਗ ਕੀਤੀ ਹੈ ਕਿ ਜਿਹੜਾ ਹੈਗਾ ਚੋਣਾਂ ਦੀ ਲਿਸਟ ਹੈ ਜਾਂ ਚੋਣਾਂ ਦੀ ਤਾਰੀਖ ਹੈ ਉਹਦੇ ਨਾਲ ਜੋੜਦੇ ਹੋਏ ਉਹਨਾਂ ਨੇ ਕਿਹਾ ਕਿ ਇਸ ਨੂੰ ਪੋਸਟਪੋਨ ਕੀਤਾ ਜਾਏ। ਸੋ ਉਮੀਦ ਕਰਦੇ ਹਾਂ ਕਿ ਅੱਜ, ਕਿਉਂਕਿ ਬਹੁਤ ਇੰਪੋਰਟੈਂਟ ਮੀਟਿੰਗ ਹੈ, ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਉਸ ਮੀਟਿੰਗ ਦੇ ਵਿੱਚ ਚੋਣ ਕਮਿਸ਼ਨਰ ਜਾਂ ਜਿਹੜੇ ਬਾਕੀ ਉਹਨਾਂ ਦੇ ਅਧਿਕਾਰੀ ਸਾਹਿਬਾਨ ਨੇ ਉਹ ਫੈਸਲਾ ਕਰਨਗੇ ਕਿ ਅਗਲੀਆਂ ਜਿਹੜੀਆਂ ਰਣਨੀਤੀਆਂ ਹੋਣਗੀਆਂ ਉਹ ਕੀ ਫੈਸਲੇ ਲੈਂਦੇ ਨੇ। ਉਹਦੇ ਮੁਤਾਬਕ ਹੀ ਜਿਹੜਾ ਹੈਗਾ ਵੱਖ-ਵੱਖ ਪਾਰਟੀਆਂ ਨੂੰ ਦੱਸਿਆ ਜਾਏਗਾ ਕਿ ਤੁਸੀਂ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਅਗਲੀਆਂ ਚੋਣ
ਪ੍ਰਚਾਰ ਜਿਹੜਾ ਹੈਗਾ ਕਰੋਗੇ। ਸੋ ਅੱਜ ਉਮੀਦ ਹੈ ਕਿ ਕਾਫੀ ਫੈਸਲੇ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਇਸੇ ਤਰ੍ਹਾਂ ਅੱਜ ਆਪਾਂ ਕਹਿ ਸਕਦੇ ਹਾਂ ਕਿ ਪਹਿਲੀ ਲਿਸਟ ਕਾਂਗਰਸ ਦੀ ਜਾਰੀ ਹੋ ਸਕਦੀ ਹੈ, ਚਾਹੇ ਕਿਸੇ ਤਰ੍ਹਾਂ ਦੀ ਵੀ ਹੋਵੇ, ਕਿਉਂਕਿ ਅਖੀਰ ਨੂੰ ਇਹਨਾਂ ਨੂੰ ਟਿਕਟਾਂ ਤਾਂ ਦੇਣੀਆਂ ਹੀ ਪੈਣਗੀਆਂ, ਕਿਸੇ ਨਾ ਕਿਸੇ ਨੂੰ ਟਿਕਟ ਤਾਂ ਦੇਣੀ ਪਏਗੀ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ 117 ਹਲਕੇ ਨੇ ਪੰਜਾਬ ਦੇ ਔਰ 117 ਬੰਦੇ ਹੀ ਚਾਹੀਦੇ ਨੇ। ਪਰ ਜਿਹੜੇ ਬਾਕੀ ਦਾਅਵੇਦਾਰ ਨੇ ਲਾਜ਼ਮੀ ਤੌਰ ਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਨਿਰਾਸ਼ਤਾ ਜਿਹੜੀ ਹੈਗੀ ਆਏਗੀ, ਔਰ ਇਹ ਨਿਰਾਸ਼ਤਾ ਨੂੰ ਕਿਵੇਂ ਚੱਲੇਗੀ ਕਾਂਗਰਸ ਜਾਂ ਇਹਨਾਂ ਦੀ ਹਾਈ ਕਮਾਂਡ ਕੀ ਫੈਸਲਾ ਲਏਗੀ, ਉਹਨਾਂ ਨੂੰ ਬਾਹਰ ਕੱਢੇਗੀ ਜਾਂ ਡਿਸਪਲਿਨ ਦੇ ਨਾਂ ਦੇ ਉੱਤੇ ਉਹਨਾਂ ਨੂੰ ਚੁੱਪ ਕਰਾਏਗੀ, ਸੋ ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਫਿਲਹਾਲ ਇਸ ਗੱਲ ਦੇ ਬਾਰੇ ਆਪਾਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਕਾਫੀ ਆਪਸੀ ਖਿੱਚੋਤਾਣ, ਖਾਨਾ ਜੰਗੀ, ਕਾਟੋ ਕਲੇਸ਼ ਜਿਹੜਾ ਹੈਗਾ ਕਾਂਗਰਸ ਦਾ ਵੱਧ ਰਿਹਾ ਹੈ। ਔਰ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਵੱਡੇ ਸਵਾਲ ਆਪਣੀ ਹੀ ਕਾਂਗਰਸ ਤੇ ਚੁੱਕਦੇ ਨਜ਼ਰ ਆ ਰਹੇ ਨੇ, ਔਰ ਦੂਸਰੇ ਪਾਸੇ ਤੁਸੀਂ ਦੇਖੋਗੇ ਕਿ ਚੰਨੀ ਸਾਹਿਬ ਆਪਣਾ ਦਾਅਵਾ ਠੋਕ ਰਹੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਵੱਖ-ਵੱਖ ਧਿਰਾਂ ਜਿਹੜੀਆਂ ਨੇ ਕਾਂਗਰਸ ਦੀਆਂ ਔਰ ਵੱਖ-ਵੱਖ ਜਿਹੜੇ ਆਪਸੀ ਜਿਹੜੇ ਗਰੁੱਪ ਨੇ ਉਹ ਖਿੱਚੋਤਾਣ ਦਾ ਸ਼ਿਕਾਰ ਹੋ ਰਹੇ ਨੇ। ਸੋ ਹੁਣ ਸਮਾਂ ਦੱਸੇਗਾ ਕਿ ਇਸ ਦਾ ਨੁਕਸਾਨ ਜਾਂ ਫਾਇਦਾ ਕਿੰਨਾ ਕੁ ਕਾਂਗਰਸ ਨੂੰ ਹੁੰਦਾ ਹੈ, ਔਰ ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋਵੇਗਾ। ਗੁਰਪ੍ਰੀਤ ਜੀ। ਬਿਲਕੁਲ ਡਾਕਟਰ ਸਾਹਿਬ, ਤੇ ਜਿਸ ਤਰ੍ਹਾਂ ਹੁਣ ਖਬਰ ਆ ਰਹੀਆਂ ਨੇ ਕਿ 3 ਵਿਧਾਇਕਾਂ ਦੀ ਜਿਹੜੀ ਟਿਕਟ ਕੱਟੀ ਜਾ ਸਕਦੀ ਹੈ, ਕੀ ਲੱਗਦਾ ਹੈ ਜਿਸ ਤਰ੍ਹਾਂ ਇਸ ਵਾਰ ਸਿਆਸੀ ਸਮੀਕਰਨ ਨੇ ਕਿੰਨੀ ਪਾਰਟੀਆਂ ਵਿੱਚ ਕਿਸਾਨਾਂ ਦੀ ਜਥੇਬੰਦੀ ਚੋਣ ਮੈਦਾਨ ਦੇ ਵਿੱਚ ਨੇ, 12 ਦੀ ਗੱਲ ਕਰੀ ਜਾਵੇ, 17 ਦੀ ਗੱਲ ਕਰੀ ਜਾਵੇ, ਵੱਖਰੇ ਸਮੀਕਰਨ ਇਸ ਵਾਰ ਮੁਕਾਬਲੇਬਾਜ਼ੀ ਵੀ ਆਪਾਂ ਕਹਿ ਸਕਦੇ ਹਾਂ ਪੂਰੀ ਚੋਣਾਂ ਦੇ ਵਿੱਚ ਨਜ਼ਰ ਆਏਗੀ। ਕੀ ਲੱਗਦਾ ਹੈ ਕਿ ਜਿਹੜੇ 3 ਵਿਧਾਇਕਾਂ ਦੀ ਟਿਕਟ ਕੱਟੀ ਜਾਂਦੀ ਹੈ, ਜਿਸ ਤਰ੍ਹਾਂ ਉਹਨਾਂ ਨਾਲ ਸਰਪੰਚ ਜੁੜੇ ਹੁੰਦੇ ਨੇ, MC ਜੁੜੇ ਹੁੰਦੇ ਨੇ, ਮਤਲਬ ਉਹ ਵੀ ਨਾਲ ਹੀ ਜਾਣਗੇ ਪਾਰਟੀ ਛੱਡ ਕੇ, ਤਾਂ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਇਕੱਲਾ ਵਿਧਾਇਕ ਹੈ ਉਹਨੂੰ ਸਾਂਭਣ ਦੀ ਲੋੜ ਹੈ, ਇਸ ਲਈ ਇਹ ਟਿਕਟ ਲਿਸਟ ਹੈ ਜਿਹੜੀ ਉਹ ਦੇਰੀ ਕੀਤੀ ਜਾ ਰਹੀ ਹੈ। ਬਿਲਕੁਲ ਇਹੀ ਗੱਲ ਮੈਂ ਕਹਿ ਰਿਹਾ ਕਿ ਜਿਵੇਂ ਫਗਵਾੜੇ ਤੋਂ ਜੋਗਿੰਦਰ ਸਿੰਘ ਮਾਨ ਹੋਰੀ ਨੇ ਉਹ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਨੇ ਔਰ ਉਹਨਾਂ ਦੀਆਂ ਇਹੀ ਕਸੂਆਂ ਨੇ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਇਹ ਵੀ ਦੱਸਿਆ ਜਾ ਰਿਹਾ। ਔਰ ਬਹੁਤੇ ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੀ ਇਹ ਗੱਲ ਬਾਰ-ਬਾਰ ਬਹੁਤ ਜ਼ੋਰ ਨਾਲ ਕਹਿੰਦੇ ਨਜ਼ਰ ਆਏ ਨੇ ਕਿ ਜਦੋਂ ਤੁਸੀਂ ਦੇਖਣਾ ਕਿ ਜਦੋਂ ਹੀ ਟਿਕਟਾਂ ਦਾ ਫੈਸਲਾ ਹੋਏਗਾ ਕਾਂਗਰਸ ਦੇ ਵਿੱਚ, ਉਹ ਸਾਰੇ ਬੰਦੇ ਜਿਹੜੇ ਨੇ ਉਹ ਮੇਰੇ ਵੱਲ ਝੁਕਣਗੇ, ਯਾਨੀ ਕਿ ਉਹਨਾਂ ਨੂੰ ਲੱਗਦਾ ਹੈ ਕਿ ਮੇਰੇ ਖਾਸ ਬੰਦੇ ਨੇ, ਔਰ ਉਹ ਇਸ਼ਾਰੇ ਵੀ ਕਰ ਚੁੱਕੇ ਨੇ ਕਿ ਇਹਦਾ ਮਤਲਬ ਇਹੀ ਹੈ ਕਿ ਉਹੀ ਜਿਹੜੇ ਜਿੰਨੇ ਨਿਰਾਸ਼ਾ ਦੇ ਵਿੱਚ ਜਾਣਗੇ ਲੋਕ ਕਾਂਗਰਸ ਦੇ ਵਿੱਚੋਂ, ਉਹ ਕੈਪਟਨ ਸਾਹਿਬ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਜਾਂ ਫਿਰ ਉਹ BJP ਦੇ ਵਿੱਚ ਸ਼ਾਮਲ ਕਰਵਾਉਣਗੇ ਉਹਨਾਂ ਨੂੰ। ਸੋ ਉਮੀਦ ਹੈ ਕਿ ਜਿੰਨੇ ਚਾਹੇ ਉਹ ਵਿਧਾਇਕ ਹੋਣ, ਚਾਹੇ ਵੱਡੇ ਲੀਡਰ ਹੋਣ, ਚਾਹੇ ਉਹ ਮਿਨਿਸਟਰ ਸਾਹਿਬਾਨ ਹੋਣ, ਚਾਹੇ ਸਾਬਕਾ ਮਿਨਿਸਟਰ ਹੋਣ, ਚਾਹੇ ਮੌਜੂਦਾ ਮਿਨਿਸਟਰ ਹੋਣ, ਜਿਨ੍ਹਾਂ ਨੂੰ ਲੱਗੂਗਾ ਕਿ ਇਸ ਵੇਲੇ ਉਹਨਾਂ ਦੇ ਸੁਪਨਿਆਂ ਦੀਆਂ ਟਿਕਟਾਂ ਜਿਹੜੀਆਂ ਨੇ ਨਹੀਂ ਮਿਲ ਰਹੀਆਂ ਔਰ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਹਾਈ ਕਮਾਂਡ ਜਿਹੜੀ ਹੈਗੀ ਹੈ ਉਹ ਅਸਫਲ ਰਹੀ ਹੈ, ਤਾਂ ਇਹਦਾ ਖਮਿਆਜਾ ਜਿਹੜਾ ਹੈਗਾ ਕਾਂਗਰਸ ਨੂੰ ਵੀ ਭੁਗਤਣਾ ਪੈ ਸਕਦਾ ਹੈ। ਔਰ ਉਮੀਦ ਇਹੀ ਕਰ ਰਹੀ ਹੈ ਕਿ ਪਿਛਲੇ ਜਿਵੇਂ ਤੁਸੀਂ ਕਿਹਾ ਕਿ ਚਾਹੇ 12 ਦੀਆਂ ਚੋਣਾਂ ਹੋਣ ਵਿਧਾਨ ਸਭਾ ਦੀਆਂ, ਚਾਹੇ 17 ਦੀਆਂ ਚੋਣਾਂ ਹੋਣ, ਹਰ ਵਿਧਾਨ ਸਭਾ ਦੀਆਂ ਚੋਣਾਂ ਦਾ ਮਾਹੌਲ ਵੱਖਰਾ ਹੁੰਦਾ ਹੈ। 12 ਦਾ ਵੱਖਰਾ ਸੀਗਾ, ਤੁਸੀਂ ਦੇਖਿਆ ਹੋਵੇਗਾ ਕਿ 12 ਦੇ ਵਿੱਚ ਕਿਵੇਂ BJP ਔਰ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਸੀਗੀ ਔਰ ਉਹਨਾਂ ਨੂੰ ਵੀ ਉਮੀਦ ਨਹੀਂ ਸੀਗੀ। ਇਸੇ ਤਰ੍ਹਾਂ 17 ਦੇ ਵਿੱਚ ਕਾਂਗਰਸ ਨੂੰ ਵੀ ਇੰਨੀ ਉਮੀਦ ਨਹੀਂ ਸੀ ਕਿ ਸਾਨੂੰ 80 ਦੇ ਕਰੀਬ ਜਿਹੜੇ ਨੇ ਉਹ ਲਗਭਗ MLA ਸਾਨੂੰ ਮਿਲਣਗੇ। ਸੋ ਇਸੇ ਕਰਕੇ ਤੁਸੀਂ ਦੇਖੋਗੇ ਕਿ ਜਦੋਂ ਰਿਜ਼ਲਟ ਆਉਂਦੇ ਨੇ ਉਹ ਅਨਐਕਸਪੈਕਟਡ ਹੁੰਦੇ ਨੇ, ਯਾਨੀ ਕਿ ਕਿਸੇ ਨੂੰ ਉਹ ਪਤਾ ਨਹੀਂ ਹੁੰਦਾ ਕਿ ਇਹ ਰਿਜ਼ਲਟ ਕਿੱਦਾਂ ਦੇ ਆਉਂਦੇ ਨੇ। ਪੰਜਾਬ ਦੇ ਲੋਕ ਜਿਹੜੇ ਨੇ ਉਹ ਕੀ ਫੈਸਲਾ ਕਰਨਗੇ ਇਹ ਹੁਣ ਸਮਾਂ ਦੱਸੇਗਾ, ਪਰ ਆਪਾਂ ਇਹ ਜ਼ੋਰ ਨਾਲ ਕਹਿ ਸਕਦੇ ਹਾਂ ਕਿ ਇਸ ਵੇਲੇ ਜੋ ਕਾਂਗਰਸ ਦੀ ਪੋਜੀਸ਼ਨ ਬਣੀ ਹੋਈ ਹੈ ਬਹੁਤ ਪੇਤਲੀ ਪੋਜੀਸ਼ਨ ਹੈ। ਇੱਕ ਤਾਂ ਵੱਡਾ ਕਾਰਨ ਹੈ ਕਿ ਕਾਂਗਰਸ ਕਿਉਂਕਿ ਸੱਤਾ ਦੇ ਵਿੱਚ ਰਹੀ ਹੈ ਔਰ ਸੱਤਾ ਦੇ ਵਿੱਚ ਰਹਿਣ ਕਰਕੇ ਇਸ ਦੇ ਵਿੱਚ ਕਾਫੀ ਜਿਹੜੀਆਂ ਦਿੱਕਤਾਂ ਵੀ ਆਈਆਂ ਨੇ। ਵੱਖ-ਵੱਖ ਤੁਸੀਂ ਦੇਖੋਗੇ ਕਿ ਗਰੁੱਪ ਇਜਾਦ ਹੋਏ ਨੇ, ਚਾਹੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਪਾਸੇ ਤੁਸੀਂ ਦੇਖੋਗੇ ਕਿ ਮਾਝਾ ਬ੍ਰਿਗੇਡ ਹੈ, ਉਹਨਾਂ ਦਾ ਵੱਖਰਾ ਗਰੁੱਪ ਹੈ, ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਵੱਖਰਾ ਗਰੁੱਪ ਹੈ, ਇੱਕ ਪਾਸੇ ਜਿਹੜਾ ਕਹਿ ਸਕਦੇ ਹਾਂ ਕਿ ਰਵਨੀਤ ਬਿੱਟੂ ਹੋਰਾਂ ਦਾ ਉਹਨਾਂ ਦਾ ਆਪਣਾ ਪਰਿਵਾਰ ਜਿਹੜਾ ਹੈਗਾ ਉਹਨਾਂ ਦਾ ਵੱਖਰਾ ਗਰੁੱਪ ਹੈ, ਆਪਣੇ ਆਪ ਨੂੰ ਟਕਸਾਲੀ ਮੰਨਦੇ ਆ ਉਹ, ਔਰ ਦੂਸਰੇ ਪਾਸੇ ਚੰਨੀ ਸਾਹਿਬ ਦਾ ਵੱਖਰਾ ਗਰੁੱਪ ਹੈ ਔਰ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਵੱਖਰਾ ਗਰੁੱਪ ਹੈ। ਯਾਨੀ ਕਿ ਇਹ ਜਿਹੜੀ ਗਰੁੱਪਾਂ ਦੀ ਆਪਸੀ ਖਿੱਚੋਤਾਣ ਹੈ, ਇਹਦੇ ਨਾਲ ਕਾਂਗਰਸ ਨੂੰ ਬਹੁਤ ਵੱਡੇ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਲੱਗ ਰਹੀਆਂ ਨੇ। ਇਹੀ ਕਾਰਨ ਹੈ ਕਿ ਇਸ ਵਾਰੀ
ਇਹ ਜਿਹੜੀ ਲਿਸਟ ਹਾਲਾਂਕਿ ਪਹਿਲਾਂ ਵੀ ਲੇਟ ਹੁੰਦੀ ਰਹੀ ਹੈ ਕਾਂਗਰਸ ਦੀ, ਪਰ ਇਸ ਵਾਰੀ ਜਿਹੜੀ ਹੈਗੀ ਜ਼ਿਆਦਾ ਸਮਾਂ ਇਸ ਲਈ ਲੱਗ ਰਿਹਾ ਹੈ ਕਿਉਂਕਿ ਗਰੁੱਪਿਜ਼ਮ ਬਹੁਤ ਜ਼ਿਆਦਾ ਕਾਂਗਰਸ ਦੇ ਵਿੱਚ ਵਧਿਆ ਹੋਇਆ ਹੈ। ਇਸ ਗਰੁੱਪਿਜ਼ਮ ਨੂੰ ਕਿਵੇਂ ਠੱਲ ਪਏਗੀ, ਕਿਵੇਂ ਇਹਦੇ ਉੱਤੇ ਰੋਕ ਲੱਗੇਗੀ, ਇਹ ਬਹੁਤ ਵੱਡਾ ਸਵਾਲ ਕਾਂਗਰਸ ਦੀ ਹਾਈ ਕਮਾਂਡ ਦੇ ਉੱਤੇ ਇਸ ਵੇਲੇ ਹੈ। ਸੋ ਉਮੀਦ ਕਰਦੇ ਹਾਂ ਕਿ ਇਹ ਸਾਰਾ ਚੀਜ਼ ਦਾ ਹੱਲ ਹੋਏਗੀ ਔਰ ਜਲਦੀ ਤੋਂ ਜਲਦੀ ਜਿਹੜੀ ਹੈਗੀ ਹੈ ਪਹਿਲੀ ਲਿਸਟ ਕਾਂਗਰਸ ਦੀ ਲਗਭਗ ਆਪਾਂ ਕਹਿ ਸਕਦੇ ਅੱਜ ਪੂਰੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਅੱਜ ਕਿਸੇ ਵੇਲੇ ਵੀ ਇਹ ਜਿਹੜੀ ਲਿਸਟ ਹੈ ਉਹ ਜਾਰੀ ਹੋ ਸਕਦੀ ਹੈ। ਗੁਰਪ੍ਰੀਤ ਜੀ ਬਿਲਕੁਲ ਡਾਕਟਰ ਸਾਹਿਬ, ਇਹ ਤਾਂ ਸੀਗੀ ਉਮੀਦਵਾਰਾਂ ਦੀ ਲਿਸਟ ਦੀ ਗੱਲ। ਤਾਂ ਜੇਕਰ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਗੱਲ ਕਰੀਏ, ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਜਾਵੇ, ਲਗਾਤਾਰ ਮੰਗ ਚੁੱਕਦੇ ਰਹੇ ਨੇ ਕਿ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਐਲਾਨਣਾ ਚਾਹੀਦਾ ਪਾਰਟੀ ਨੂੰ। ਕੀ ਲੱਗਦਾ ਹੈ ਕਿ ਭਾਵੇਂ ਨਵਜੋਤ ਸਿੱਧੂ ਦੀ ਗੱਲ ਕੀਤੀ ਜਾਵੇ, ਭਾਵੇਂ ਚਰਨਜੀਤ ਚੰਨੀ ਦੀ ਗੱਲ ਕੀਤੀ ਜਾਵੇ, ਹਾਈ ਕਮਾਂਡ ਇਹਨਾਂ ਦੇ ਦਬਾਅ ਹੇਠ ਆ ਕੇ ਮੁੱਖ ਮੰਤਰੀ ਦਾ ਚਿਹਰਾ ਐਲਾਨੇਗੀ ਜਾਂ ਫਿਰ ਸਸਪੈਂਸ ਬਰਕਰਾਰ ਰਹੇਗਾ? ਜੀ ਦੇਖੋ, ਇਸ ਵਾਰੀ ਜਿਹੜਾ ਹੈਗਾ ਹੋ ਸਕਦਾ ਹੈ ਕਿ ਪਿਛਲੇ ਵਾਰੀ ਨਾਲੋਂ ਇੱਕ ਵੱਖਰੀ ਸਟ੍ਰੈਟਜੀ ਅਪਣਾਈ ਜਾਏ। ਉਹ ਵੱਖਰੀ ਸਟ੍ਰੈਟਜੀ ਇਹੀ ਹੋ ਸਕਦੀ ਹੈ ਕਿ ਕਿਸੇ ਦਾ ਨਾਮ ਵੀ ਅਨਾਉਂਸ ਨਾ ਕਰੋ ਤੁਸੀਂ, ਯਾਨੀ ਕਿ ਕੁਝ ਬੰਦਿਆਂ ਦੇ ਨਾਮ ਅਨਾਉਂਸ ਕਰ ਦਿਓ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸੁਰਜੇਵਾਲਾ ਜੀ ਨੇ ਇੱਕ ਬੜਾ ਵੱਡਾ ਜਿਹੜਾ ਹੈਗਾ ਨੁਕਤਾ ਪੇਸ਼ ਕੀਤਾ ਸੀਗਾ। ਉਹਨਾਂ ਨੇ ਕਿਹਾ ਸੀਗਾ ਕਿ ਇਸ ਵਾਰੀ ਅਸੀਂ ਹਿੰਦੂ ਦੇ ਫੇਸ ਦੇ ਉੱਤੇ ਵੀ ਚੋਣਾਂ ਲੜਾਂਗੇ, ਯਾਨੀ ਕਿ ਉਹਨਾਂ ਨੇ ਸੁਨੀਲ ਜਾਖੜ ਹੋਰਾਂ ਦਾ ਨਾਮ ਲਿਆ ਸੀਗਾ। ਇਸੇ ਤਰ੍ਹਾਂ ਜੱਟ ਕਮਿਊਨਿਟੀ ਦੇ ਨਾਂ ਦੇ ਉੱਤੇ ਵੀ ਉਹਨਾਂ ਨੇ ਕਿਹਾ ਸੀਗਾ ਚੋਣ ਲੜਾਂਗੇ, ਉਹਨਾਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਨਾਮ ਲੈਤਾ ਸੀਗਾ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਸੀਗਾ ਕਿਉਂਕਿ 32% ਆਪਾਂ ਸਾਰੇ ਜਾਣਦੇ ਹਾਂ ਕਿ ਐਸੀ ਭਾਈਚਾਰਾ ਹੈ ਪੰਜਾਬ ਦੇ ਵਿੱਚ, ਇਸ ਲਈ ਉਹਨਾਂ ਨੇ ਚੰਨੀ ਸਾਹਿਬ ਦਾ ਨਾਂ ਦਾ ਜ਼ਿਕਰ ਕੀਤਾ ਸੀਗਾ। ਯਾਨੀ ਕਿ ਸਾਰੀਆਂ ਕਮਿਊਨਿਟੀਜ਼ ਨੂੰ ਨਾਲ ਲੈਂਦੇ ਹੋਏ ਉਹ 3 ਚਿਹਰਿਆਂ ਦਾ ਜਿਹੜਾ ਹੈਗਾ ਵੀ ਉਹਨਾਂ ਦਾ ਅਨਾਉਂਸਮੈਂਟ ਕਰ ਸਕਦੇ ਨੇ। 3 ਚਿਹਰਿਆਂ ਨੂੰ ਕਿਤੇ ਨਾ ਕਿਤੇ ਉਹ ਐਡਜਸਟ ਕਰ ਸਕਦੇ ਨੇ ਔਰ ਅੱਗੇ ਲਿਆ ਸਕਦੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਇਸ ਵਾਰੀ ਇੱਕ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਹੈ, ਜਿਵੇਂ ਪਿਛਲੇ ਵਾਰੀ ਆਪਾਂ ਸਾਰੇ ਜਾਣਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੇ ਐਨ ਮੌਕੇ ਤੇ ਜਿਹੜਾ ਸੀਗਾ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕੀਤਾ ਸੀਗਾ ਔਰ ਉਹ ਕਾਮਯਾਬ ਵੀ ਹੋਏ ਸੀਗੇ। ਪਰ ਜੇਕਰ ਇਸ ਵਾਰੀ ਉਹ ਤਿੰਨਾਂ ਨੂੰ ਜਿਹੜਾ ਹੈਗਾ ਅਨਾਉਂਸਮੈਂਟ ਕਰਦੇ ਨੇ, ਤਿੰਨਾਂ ਨੂੰ ਅੱਗੇ ਰੱਖਦੇ ਨੇ, ਤਾਂ ਇਹਦੇ ਨਾਲ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਵੀ ਨਜ਼ਰ ਆ ਰਿਹਾ ਕਾਂਗਰਸ ਦਾ। ਉਹਦਾ ਵੱਡਾ ਕਾਰਨ ਹੈ ਕਿ ਲੋਕਾਂ ਦੇ ਵਿੱਚ ਜਿੰਨੀ ਦੇਰ ਤੁਸੀਂ ਇੱਕ ਫੈਸਲਾ ਨਹੀਂ ਕਰੋਗੇ, ਲੋਕਾਂ ਨੂੰ ਇਹ ਕਲੀਅਰ ਨਹੀਂ ਕਰੋਗੇ ਕਿ ਅਸੀਂ ਇਸ ਬੰਦੇ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਚਾਹੁੰਦੇ ਹਾਂ, ਤਾਂ ਉਹਦੇ ਨਾਲ ਜਿਹੜਾ ਹੈਗਾ ਲੋਕਾਂ ਦੇ ਵਿੱਚ ਵੀ ਪੰਬਲ ਪੂਸਾ ਜਾਏਗਾ ਔਰ ਉਹਦੇ ਨਾਲ ਕਾਂਗਰਸ ਨੂੰ ਨੁਕਸਾਨ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਨਵਜੋਤ ਸਿੰਘ ਸਿੱਧੂ ਬਾਰ-ਬਾਰ ਜਿਹੜੀ ਗੱਲ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜ਼ੋਰ ਦੇ ਕੇ ਕਹਿ ਰਹੇ ਨੇ ਕਿ ਭਾਈ ਜਲਦੀ ਤੋਂ ਜਲਦੀ ਤੁਸੀਂ ਫੈਸਲਾ ਕਰੋ ਔਰ ਮੁੱਖ ਮੰਤਰੀ ਦਾ ਚਿਹਰਾ ਐਲਾਨੋ। ਯਾਨੀ ਕਿ ਉਹਨਾਂ ਨੂੰ ਮਨ ਲੱਗਦਾ ਹੈ ਕਿ ਜਿਹੜੇ ਬੰਦੇ ਦਾ ਚਿਹਰਾ ਸਾਫ਼ ਸੁਥਰਾ ਹੈ, ਜਿਹੜੇ ਬੰਦੇ ਦੇ ਉੱਤੇ ਕੋਈ ਕਿਸੇ ਕਿਸਮ ਦਾ ਧੱਬਾ ਨਹੀਂ ਲੱਗਿਆ ਹੋਇਆ ਔਰ ਜਿਹਦੇ ਕੋਲੇ ਵੱਡੀ ਗੱਲ ਉਹ ਜਿਹੜੀ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਜਿਹਦੇ ਕੋਲੇ ਇੱਕ ਪਲੈਨਿੰਗ ਹੈ, ਜਿਹਦੇ ਕੋਲੇ ਪੰਜਾਬ ਦੇ ਮੁੱਦਿਆਂ ਦਾ ਖਾਕਾ ਹੈ, ਜਿਹਦੇ ਕੋਲੇ ਪੂਰੇ ਦਾ ਪੂਰਾ ਰਿਸਰਚ ਕਰਕੇ ਇੱਕ ਬਣਾਇਆ ਹੋਈ ਜਿਹੜਾ ਹੈਗਾ ਆਪਾਂ ਕਹਿ ਸਕਦੇ ਬਲੂ ਪ੍ਰਿੰਟ ਹੈ। ਸੋ ਉਸ ਉਹ ਕਹਿੰਦੇ ਨੇ ਵੀ ਅੱਗੇ ਲੈ ਕੇ ਆਓ ਤਾਂ ਕਿ ਉਹਦੇ ਉੱਤੇ ਲੋਕ ਭਰੋਸਾ ਕਰ ਸਕਣ। ਕਿਉਂਕਿ ਜਦੋਂ ਵੀ ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਦੀ ਗੱਲ ਕਰਦੇ ਨੇ ਤਾਂ ਵੱਡੇ ਸਵਾਲ ਉਹਨਾਂ ਦੇ ਆਪਣੇ ਜਿਹੜੇ ਨੇ ਵੱਡੇ ਲੀਡਰ ਕਾਂਗਰਸ ਦੇ ਉਹ ਚੁੱਕਦੇ ਨੇ ਕਿ ਭਾਈ ਇਹ ਮਾਡਲ ਜਿਹੜਾ ਹੈਗਾ ਸਾਂਝਾ ਮਾਡਲ ਨਹੀਂ ਹੈ। ਇਹ ਮਾਡਲ ਜਿਹੜਾ ਕਹਿ ਸਕਦੇ ਆ ਕਿ ਇਹ ਨਵਜੋਤ ਸਿੰਘ ਸਿੱਧੂ ਦਾ ਨਿੱਜੀ ਮਾਡਲ ਤਾਂ ਹੋ ਸਕਦਾ ਹੈ, ਪਰ ਇਹ ਮਾਡਲ ਜਿੰਨੀ ਦੇਰ ਸਾਰੇ ਮਿਲ ਕੇ ਬੈਠ ਕੇ ਜਿਹੜੇ ਹੈਗਾ ਖਾਸ ਤੌਰ ਤੇ ਚੋਣ ਮੈਨੀਫੈਸਟੋ ਜਿਹੜੀ ਕਮੇਟੀ ਹੈ ਉਹਨਾਂ ਦੀ ਉਹਦੇ ਵਿੱਚ ਇਹ ਫਾਈਨਲ ਨਹੀਂ ਹੁੰਦਾ, ਉਨੀ ਦੇਰ ਅਸੀਂ ਇਸ ਨੂੰ ਕਾਂਗਰਸ ਦਾ ਮਾਡਲ ਨਹੀਂ ਕਹਿ ਸਕਦੇ। ਪਰ ਦੂਜੇ ਪਾਸੇ ਜਦੋਂ ਇਹੀ ਸਵਾਲ ਨਵਜੋਤ ਸਿੰਘ ਸਿੱਧੂ ਤੋਂ ਪੁੱਛਿਆ ਜਾਂਦਾ ਹੈ ਤਾਂ ਉਹ ਇਹੀ ਕਹਿੰਦੇ ਨੇ ਕਿ ਕਿਉਂਕਿ ਮੈਂ ਪ੍ਰਧਾਨ ਆ ਕਾਂਗਰਸ ਦਾ, ਇਸ ਕਰਕੇ ਪ੍ਰਧਾਨ ਕਹਿ ਰਿਹਾ, ਇਸ ਕਰਕੇ ਇਹ ਕਾਂਗਰਸ ਦਾ ਹੀ ਮਾਡਲ ਜਿਹੜਾ ਹੈਗਾ ਮੰਨਿਆ ਜਾਣਾ ਚਾਹੀਦਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇਹ ਸਾਰੀ ਜਿੰਨਾ ਵੀ ਇਹ ਖਿਲਾਰਾ ਪਿਆ ਹੋਇਆ ਕਾਂਗਰਸ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਪਿਆ ਹੋਇਆ, ਇਹੀ ਕਾਰਨ ਹੈ ਕਿ ਕਾਂਗਰਸ ਨੂੰ ਕੋਈ ਇੱਕੋ ਚਿਹਰਾ ਪੇਸ਼ ਕਰਨ ਦੇ ਵਿੱਚ ਜਿਹੜੀ ਹੈਗੀ ਦਿੱਕਤ ਆ ਰਹੀ ਹੈ। ਔਰ ਕਿਉਂਕਿ ਕਾਫੀ ਖਾਨਾ ਜੰਗੀ ਹੈ ਆਪਸ ਦੇ ਵਿੱਚ, ਇੱਕ ਪਾਸੇ ਜਾਖੜ ਸਾਹਿਬ ਸੁਨੀਲ ਜਾਖੜ ਜੀ ਕਹਿ ਰਹੇ ਨੇ ਕਿ ਮੈਨੂੰ ਮੁੱਖ ਮੰਤਰੀ ਦਾ ਚਿਹਰਾ, ਕਿਉਂਕਿ ਪਿਛਲੇ ਵਾਰੀ ਵੀ ਉਹ ਬਣਦੇ ਰਹਿ ਗਏ ਸੀਗੇ ਔਰ ਰੰਧਾਵਾ ਜੀ ਵੀ ਆਪਾਂ ਕਹਿ ਸਕਦੇ ਹਾਂ ਕਿ ਉਹ ਬਣਦੇ ਮੁੱਖ ਮੰਤਰੀ ਰਹੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਇਹ ਸਾਰੇ ਜਿੰਨੇ ਵੀ ਵੱਡੇ ਲੀਡਰ ਨੇ ਕਾਂਗਰਸ ਦੇ ਵਿੱਚ ਇਸ ਵੇਲੇ ਉਹ ਇਹੀ ਮੰਗ ਕਰਦੇ ਨੇ ਕਿ ਮੈਨੂੰ ਹੀ ਚਿਹਰਾ ਜਿਹੜਾ ਹੈਗਾ ਐਲਾਨਣਾ ਚਾਹੀਦਾ ਹੈ। ਪਰ ਹੁਣ ਡਿਪੈਂਡ ਕਰੇਗਾ ਕਿ ਹਾਈ ਕਮਾਂਡ ਕਿਸ ਚਿਹਰੇ ਦੇ ਉੱਤੇ ਮੋਹਰ ਲਾਉਂਦੀ ਹੈ, ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ ਜਾਂ ਚੰਨੀ ਸਾਹਿਬ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ, ਜਾਂ ਫਿਲਹਾਲ ਉਹ ਇਹ ਕਹੇ ਕਿ
ਜ਼ਿਆਦਾ ਰੌਲਾ ਪਏਗਾ ਕਿ ਬਿਨਾਂ ਚਿਹਰੇ ਤੋਂ ਲੜਿਆ ਜਾਣਾ ਚਾਹੀਦਾ ਹੈ, ਬਾਅਦ ਦੇ ਵਿੱਚ ਫੈਸਲਾ ਹੋਏਗਾ। ਯਾਨੀ ਕਿ ਐਮਐਲਏ ਸਹਿਬਾਨ ਜਿਹੜੇ ਨੇ ਜਦੋਂ ਜਿੱਤਣ ਤੋਂ ਬਾਅਦ ਉਹ ਫੈਸਲਾ ਕਰਨਗੇ। ਸੋ ਹੁਣ ਇਹ ਡਿਪੈਂਡ ਕਰੇਗਾ ਕਿ ਇਹ ਸਾਰੀ ਗੇਮ ਨੂੰ ਕਿਵੇਂ ਖਿਲਾਇਆ ਜਾਂਦਾ ਹੈ, ਕਿਵੇਂ ਅੱਗੇ ਰੱਖਿਆ ਜਾਂਦਾ ਹੈ, ਕਿਵੇਂ ਇੱਕ ਜਿਹੜਾ ਹੈਗਾ ਫੈਸਲਾ ਲਿਆ ਜਾਵੇਗਾ। ਇਹ ਹਾਈ ਕਮਾਂਡ ਦੇ ਕੋਰਟ ਦੇ ਵਿੱਚ ਜਿਹੜੀ ਹੈਗੀ ਬਾਲ ਚਲੀ ਗਈ ਹੈ। ਸੋ ਉਹਨਾਂ ਨੇ ਇਹੀ ਫੈਸਲਾ ਕਰਨਾ ਹੈ ਗੁਰਪ੍ਰੀਤ ਜੀ। ਤੇ ਆਪਾਂ ਮੁੱਖ ਮੰਤਰੀ ਚਿਹਰੇ ਦੀ ਵੀ ਗੱਲ ਛੱਡ ਦਈਏ ਤੇ ਟਿਕਟਾਂ ਦੀ ਵੀ ਗੱਲ ਛੱਡ ਦਈਏ ਤੇ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ। ਉਹ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਪਾਰਟੀ 'ਚ ਵੱਡਾ ਧਮਾਕਾ ਕਰ ਸਕਦੇ ਨੇ, ਪਾਰਟੀ ਛੱਡ ਸਕਦੇ ਨੇ। ਇਹ ਉਹਨਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ? ਦਾਅਵਾ ਕੀਤਾ ਉਹਨਾਂ ਨੇ ਜੀ। ਗੁਰਪ੍ਰੀਤ ਜੀ ਦੇਖੋ, ਭਗਵੰਤ ਮਾਨ ਹੋਰਾਂ ਦਾ ਬਿਆਨ ਦੇ ਵਿੱਚ ਕਿਤੇ ਨਾ ਕਿਤੇ ਸੱਚਾਈ ਜ਼ਰੂਰ ਨਜ਼ਰ ਆਉਂਦੀ ਹੈ। ਉਹਦਾ ਵੱਡਾ ਕਾਰਨ ਹੈ ਕਿ ਪਿਛਲੇ ਦਿਨਾਂ ਦੇ ਵਿੱਚ, ਜਿਵੇਂ ਆਪਾਂ ਪਹਿਲਾਂ ਵੀ ਦੱਸਿਆ, ਕਿ ਪੰਜਾਬ ਮਾਡਲ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਸਾਹਿਬ ਬਹੁਤ ਸੀਰੀਅਸ ਨੇ ਔਰ ਬਹੁਤ ਲਗਾਤਾਰ ਉਹ ਗੱਲਾਂ ਦਾਅਵੇ ਨਾਲ ਕਰਦੇ ਆ ਰਹੇ ਨੇ ਕਿ ਪੰਜਾਬ ਮਾਡਲ ਨੂੰ ਅਪਣਾਉਣਾ ਚਾਹੀਦਾ ਹੈ। ਪਰ ਦੂਸਰੇ ਪਾਸੇ ਜਿਹੜੀ ਕਾਂਗਰਸ ਦੇ ਬਾਕੀ ਲੀਡਰ ਨੇ ਪੰਜਾਬ ਦੇ, ਉਹੀ ਕਹਿ ਰਹੇ ਨੇ ਕਿ ਇਸ ਮਾਡਲ ਨੂੰ ਅਸੀਂ ਨਹੀਂ ਮੰਨਾਂਗੇ ਜਿੰਨੀ ਦੇਰ ਇਹ ਸਾਰੇ ਸਾਂਝੇ ਤੌਰ ਤੇ ਇਸ ਨੂੰ ਪਾਸ ਨਹੀਂ ਕੀਤਾ ਜਾਏਗਾ, ਯਾਨੀ ਕਿ ਚੋਣ ਮੈਨੀਫੈਸਟੋ ਕਮੇਟੀ ਇਸ ਨੂੰ ਪਾਸ ਨਹੀਂ ਕਰੇਗੀ, ਉਨੀ ਦੇਰ ਅਸੀਂ ਇਸ ਮਾਡਲ ਨੂੰ ਨਹੀਂ ਮੰਨਾਂਗੇ। ਸੋ ਇਸ ਕਰਕੇ ਇੱਕ ਨਿਰਾਸ਼ਾ ਦੀ ਭਾਵਨਾ ਨਵਜੋਤ ਸਿੰਘ ਸਿੱਧੂ ਦੇ ਮਨ ਦੇ ਵਿੱਚ ਉਹ ਵੇਖਣ ਨੂੰ ਮਿਲ ਰਹੀ ਹੈ। ਔਰ ਇਹੀ ਕਾਰਨ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਹੀ ਸਰਕਾਰ ਦੇ ਖਿਲਾਫ, ਯਾਨੀ ਕਿ ਚੰਨੀ ਗਵਰਨਮੈਂਟ ਦੇ ਖਿਲਾਫ ਵੱਡੇ ਸਵਾਲ ਉਹਨਾਂ ਨੇ ਪਹਿਲਾਂ ਵੀ ਚੁੱਕੇ ਨੇ ਔਰ ਹੁਣ ਵੀ ਉਹ ਚੁੱਕਦੇ ਨਜ਼ਰ ਆਏ ਨੇ। ਚਾਹੇ ਪਿਛਲੀਆਂ ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਵੇਖ ਲਓ, ਚਾਹੇ ਉਸ ਤੋਂ ਪਹਿਲਾਂ ਦੀਆਂ ਦੇਖ ਲਓ, ਲਗਾਤਾਰ ਉਹਨਾਂ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਵੱਡੇ ਸਵਾਲ ਇਸ ਮਾਡਲ ਨੂੰ ਲੈ ਕੇ ਚੁੱਕੇ ਨੇ। ਜਾਂ ਆਪਾਂ ਕਹਿ ਸਕਦੇ ਕਿ ਚਾਹੇ ਉਹ ਮਾਫੀਏ ਦੀ ਗੱਲ ਹੋਵੇ, ਚਾਹੇ ਉਹ ਬਿਜਲੀ ਦੀ ਸਸਤੀ ਜਿਹੜੀ ਹੈਗੀ ਆ ਉਸ ਨੂੰ ਕਰਨ ਦੀ ਗੱਲ ਹੋਵੇ, ਜਾਂ ਆਪਾਂ ਕਹਿ ਸਕਦੇ ਹਾਂ ਕਿ ਨਸ਼ਿਆਂ ਨੂੰ ਖਤਮ ਕਰਨ ਦੀ ਗੱਲ ਹੋਵੇ, ਜਾਂ ਲੈਂਡ ਔਰ ਸੈਂਡ ਕਾਫੀ ਨੂੰ ਕਿਵੇਂ ਕੰਟਰੋਲ ਕੀਤਾ ਜਾਏਗਾ, ਜਾਂ ਆਪਾਂ ਕਹਿ ਸਕਦੇ ਹਾਂ ਕਿ ਇਸ ਜਿਹੜਾ ਖਜ਼ਾਨਾ 3 ਲੱਖ ਕਰੋੜ ਰੁਪਏ ਦਾ ਇਸ ਵੇਲੇ ਆਪਾਂ ਸਾਰੇ ਜਾਣਦੇ ਹਾਂ ਕਿ ਕਰਜ਼ਾ ਹੈ, ਇਹ ਖਜ਼ਾਨੇ ਨੂੰ ਦੁਬਾਰਾ ਕਿਵੇਂ ਭਰਿਆ ਜਾਏਗਾ, ਇਸ ਤੋਂ ਕਿਵੇਂ ਛੁਟਕਾਰਾ ਮਿਲੇਗਾ ਪੰਜਾਬ ਦੇ ਲੋਕਾਂ ਨੂੰ। ਇਸ ਨੂੰ ਲੈ ਕੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਕੋਈ ਵੀ ਲੀਡਰ ਜਿਹੜਾ ਹੈਗਾ ਕਿਸੇ ਕਿਸਮ ਦੀ ਗੱਲ ਨਹੀਂ ਕਰ ਰਿਹਾ। ਸਿਰਫ ਤੇ ਸਿਰਫ ਨਵਜੋਤ ਸਿੱਧੂ ਇਸ ਦਾ ਸੋਲੂਸ਼ਨ ਦੇ ਰਹੇ ਨੇ, ਇਸ ਦਾ ਹੱਲ ਦੇ ਰਹੇ ਨੇ। ਔਰ ਇਹੀ ਕਾਰਨ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਵੇਲੇ ਅਲੱਗ ਥਲੱਗ ਪੈਂਦੇ ਨਜ਼ਰ ਆ ਰਹੇ ਨੇ। ਔਰ ਇਸ ਹਾਲਾਤ ਦੇ ਵਿੱਚ ਉਹ ਇੱਕ ਵੱਡਾ ਧਮਾਕਾ, ਜਿਵੇਂ ਭਗਵੰਤ ਮਾਨ ਨੇ ਇਸ਼ਾਰਾ ਕੀਤਾ ਹੈ ਕਿ ਇਹਦੇ ਵਿੱਚ ਉਹ ਪਾਰਟੀ ਦੇ ਵਿੱਚ ਰਹਿਣਾ ਚਾਹੁੰਦੇ ਨੇ ਜਾਂ ਪਾਰਟੀ ਤੋਂ ਬਾਹਰ ਜਾ ਕੇ ਕੋਈ ਗੱਲ ਕਰਨਗੇ। ਇੱਕ ਵੱਡਾ ਸਵਾਲ ਇਸ ਵੇਲੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਜਿਹੜਾ ਹੈਗਾ ਉਹਨਾਂ ਦੇ ਕੈਰੀਅਰ ਦੇ ਉੱਤੇ ਲੱਗਿਆ ਹੋਇਆ। ਪਰ ਆਪਾਂ ਦੇਖਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਇੱਕ ਵਾਹਿਦ ਇੱਕ ਐਸੇ ਲੀਡਰ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਕਿ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨਾ ਚਾਹੁੰਦੇ ਨੇ। ਔਰ ਜਦੋਂ ਤੁਸੀਂ ਸੱਚ ਬੋਲਦੇ ਹੋ ਤਾਂ ਸੱਚਾ ਬੰਦਾ ਜਿਹੜਾ ਹੈਗਾ ਕਈ ਵਾਰੀ ਅਲੱਗ ਥਲੱਗ ਵੀ ਪੈ ਜਾਂਦਾ ਹੈ, ਇਕੱਲਾ ਵੀ ਉਹਨੂੰ ਜਿਹੜਾ ਹੈਗਾ ਗੱਲ ਕਰਨੀ ਪੈਂਦੀ ਹੈ, ਇਕੱਲਾ ਵੀ ਰਹਿ ਜਾਂਦਾ ਉਹ। ਸੋ ਕਹਿਣ ਦਾ ਮਤਲਬ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਪਹਿਲਾਂ ਵਾਂਗ ਇਕੱਲੇ ਵੀ ਰਹਿੰਦੇ ਨੇ ਤਾਂ ਵੀ ਕੋਈ ਗੱਲ ਨਹੀਂ ਹੈ। ਉਹ ਕਦੇ ਵੀ ਇਦਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ ਕਿ ਮੇਰੇ ਨਾਲ ਪੂਰੀ ਦੀ ਪੂਰੀ ਟੀਮ ਹੋਵੇ ਜਾਂ ਸਾਰੇ ਕਾਂਗਰਸੀ ਮੇਰੇ ਨਾਲ ਹੋਣ। ਉਹ ਤਾਂ ਖੁਦ ਜਿਹੜੇ ਨੇ ਉਹ ਇਹੀ ਕਹਿੰਦੇ ਨੇ ਕਿ ਸਾਨੂੰ ਜਿਹੜਾ ਹੈਗਾ ਚੰਗੇ ਲੀਡਰਾਂ ਨੂੰ ਹੀ ਅੱਗੇ ਲਿਆਉਣ ਦੀ ਲੋੜ ਹੈ ਕਾਂਗਰਸ ਨੂੰ। ਹੁਣ ਸਵਾਲ ਪੈਦਾ ਹੁੰਦਾ ਕਿ ਕਾਂਗਰਸ ਦੇ ਵਿੱਚ ਰਹਿ ਕੇ ਉਹ ਆਪਣੀ ਗੱਲ ਨੂੰ ਕਿਵੇਂ ਮਨਾਉਣਗੇ, ਕਿਵੇਂ ਪ੍ਰੈਸ਼ਰ ਬਣਾਉਣਗੇ ਉਹਨਾਂ ਦੇ ਉੱਤੇ, ਔਰ ਕਿਵੇਂ ਪੰਜਾਬ ਮਾਡਲ ਨੂੰ ਲਾਗੂ ਕਰਦੇ ਆ। ਇੱਕ ਬਹੁਤ ਵੱਡਾ ਸਵਾਲ ਹੈ। ਔਰ ਇਸ ਸਵਾਲ ਦੇ ਉੱਤੇ ਜਿਹੜਾ ਹੈਗਾ ਭਗਵੰਤ ਮਾਨ ਨੇ ਇੱਕ ਨਵਾਂ ਸਵਾਲ ਜਿਹੜਾ ਹੈਗਾ ਚੁੱਕਿਆ ਹੈ ਔਰ ਨਵੇਂ ਸਿੱਕੇ ਜਿਹੜੇ ਨੇ ਜ਼ਾਹਿਰ ਕੀਤੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੇਲੇ ਵੀ ਨਵਜੋਤ ਸਿੰਘ ਸਿੱਧੂ ਇੱਕ ਵੱਡਾ ਧਮਾਕਾ ਕਰ ਸਕਦੇ ਨੇ। ਉਹਨਾਂ ਦਾ ਮਤਲਬ ਇਹੀ ਹੈ ਕਿ ਉਹ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਨੇ। ਇਹਦੇ ਬਾਰੇ ਜਿਹੜਾ ਹੈਗਾ ਇੱਕ ਵੱਡੇ ਸਵਾਲ ਜਿਹੜੇ ਨੇ ਭਗਵੰਤ ਮਾਨ ਨੇ ਚੁੱਕੇ ਨੇ। ਗੁਰਪ੍ਰੀਤ ਜੀ ਬਿਲਕੁਲ, ਇਹ ਤਾਂ ਆਉਣ ਵਾਲਾ ਸਮੇਂ ਦੱਸੇਗਾ ਕਿ ਨਵਜੋਤ ਸਿੰਘ ਸਿੱਧੂ ਦੀਆਂ ਪਾਰਟੀ ਮੰਗਾਂ ਮੰਨੇਗੀ ਜਾਂ ਫਿਰ ਉਹਨਾਂ ਦੇ ਵੱਲੋਂ ਕੋਈ ਹੋਰ ਵੱਖਰਾ ਸਟੈਂਡ ਲਿਆ ਜਾ ਸਕਦਾ ਹੈ। ਤੇ ਡਾਕਟਰ ਸਾਹਿਬ ਗੱਲ ਕਰੋਨਾ ਦੀ ਕਰਦੇ ਹਾਂ। ਲਗਾਤਾਰ ਮਾਮਲੇ ਨੇ ਜਿਹੜੇ ਕਰੋਨਾ ਦੇ ਵਾਧੇ ਨਜ਼ਰ ਆ ਰਹੇ ਨੇ ਤੇ ਉਧਰ ਸਿਆਸੀ ਪਾਰਟੀਆਂ ਦੇ ਵੱਲੋਂ ਜਿਹੜੀ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਗਈ ਸੀ ਤੇ ਅੱਜ ਰਿਵਿਊ ਮੀਟਿੰਗ ਹੈ, ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ। ਕੀ ਲੱਗਦਾ ਹੈ ਕਿ ਰੈਲੀਆਂ ਦੀ ਇਜਾਜ਼ਤ, ਰੋਡ ਸ਼ੋਅ ਕਰਨ ਦੀ ਇਜਾਜ਼ਤ ਅੱਜ ਦਿੱਤੀ ਜਾ ਸਕਦੀ ਹੈ ਜਾਂ ਨਹੀਂ? ਜੀ ਗੁਰਪ੍ਰੀਤ ਜੀ ਦੇਖੋ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਜਾਂ ਪੂਰੇ ਮੁਲਕ ਦੇ ਵਿੱਚ ਵੀ ਜਿਹੜੇ ਕਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਨੇ ਔਰ ਲੋਕ ਜਿਹੜੇ ਨੇ ਬਿਮਾਰ ਹੋ ਰਹੇ ਨੇ। ਕਿਸੇ ਨੂੰ ਖੰਘ ਹੈ, ਕਿਸੇ ਨੂੰ ਜ਼ੁਕਾਮ ਹੈ, ਕਿਸੇ ਨੂੰ ਬੁਖਾਰ ਹੈ ਔਰ ਕਿਸੇ ਨੂੰ ਕਰੋਨਾ ਪੋਜ਼ਿਟਿਵ ਆ ਰਿਹਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜੇਕਰ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ
ਤਾਂ ਲਾਜ਼ਮੀ ਤੌਰ ਤੇ ਇਹਦੇ ਬਾਰੇ ਬਹੁਤ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਹੈ। ਔਰ ਚੋਣ ਕਮਿਸ਼ਨ ਜਿਹੜਾ ਹੈਗਾ ਉਹਨਾਂ ਦੀ ਮੀਟਿੰਗ ਅੱਜ ਬਹੁਤ ਇੰਪੋਰਟੈਂਟ ਮੀਟਿੰਗ ਹੈ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਉਹ ਖੁੱਲ੍ਹ ਦੇਣਗੇ ਕਿ ਵੱਡੀਆਂ ਰੈਲੀਆਂ ਕੀਤੀਆਂ ਜਾਣ, ਵੱਡੇ ਜਿਹੜੇ ਨੇ ਕੀਤੇ ਜਾਣ। ਇਦਾਂ ਦੀਆਂ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ। ਇਸ ਵਾਰੀ ਜਿਹੜੀ ਹੈਗੀ ਆ ਬਿਲਕੁਲ ਵੱਖਰੀ ਤਰ੍ਹਾਂ ਦੀਆਂ ਚੋਣਾਂ ਹੋ ਸਕਦੀਆਂ ਨੇ। ਖਾਸ ਤੌਰ ਤੇ ਜਿਹੜਾ ਡਿਜੀਟਲ ਮੀਡੀਆ ਹੈ ਉਹਨੂੰ ਆਧਾਰ ਬਣਾ ਕੇ ਹੀ ਚੋਣਾਂ ਲੜੀਆਂ ਜਾਣਗੀਆਂ। ਔਰ ਉਮੀਦ ਇਹੀ ਕਰਨੀ ਬਣਦੀ ਹੈ ਕਿ ਜਿਵੇਂ ਪਹਿਲਾਂ ਚੱਲ ਰਿਹਾ ਹੈ ਉਹਦੇ ਉੱਤੇ ਹੋ ਸਕਦਾ ਹੈ ਕਿ ਹੋਰ ਵੀ ਸਖਤੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਣ, ਕਿਉਂਕਿ ਵੱਖ-ਵੱਖ ਪੋਲੀਟੀਕਲ ਪਾਰਟੀਆਂ ਲਗਾਤਾਰ ਪ੍ਰੈਸ਼ਰ ਬਣਾ ਰਹੀਆਂ ਨੇ ਚੋਣ ਕਮਿਸ਼ਨਰ ਦੇ ਉੱਤੇ ਕਿ ਭਾਈ ਸਾਨੂੰ ਖੁੱਲ੍ਹ ਦਿੱਤੀ ਜਾਏ, ਅਸੀਂ ਵੱਡੀਆਂ ਰੈਲੀਆਂ ਕਰੀਏ, ਅਸੀਂ ਵੱਡੇ ਇਕੱਠ ਕਰੀਏ ਔਰ ਇੱਕ ਦੂਜੇ ਨੂੰ ਮਿਲੀਏ, ਵੋਟਰਾਂ ਤੱਕ ਪਹੁੰਚ ਕਰੀਏ। ਪਰ ਜਿਹੜਾ ਚੋਣ ਕਮਿਸ਼ਨਰ ਹੈ ਉਹ ਇਹੀ ਗੱਲ ਬਾਰ-ਬਾਰ ਦੁਹਰਾ ਰਿਹਾ ਹੈ ਕਿ ਇਸ ਵੇਲੇ ਜੇਕਰ ਇਹ ਸਾਰੀਆਂ ਚੀਜ਼ਾਂ ਖੋਲੀਆਂ ਜਾਂਦੀਆਂ ਨੇ ਤਾਂ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਜਾਂ ਜਿੱਥੇ 5 ਸਟੇਟਾਂ ਦੇ ਜਿੱਥੇ ਵੀ ਚੋਣਾਂ ਹੋਣੀਆਂ ਨੇ ਉੱਥੇ ਜਿਹੜਾ ਹੈਗਾ ਉਹਨਾਂ ਲੋਕਾਂ ਦਾ ਹੋ ਸਕਦਾ ਹੈ। ਉਸ ਤੋਂ ਬਚਾਉਣ ਦੇ ਲਈ ਇਹ ਜਿਹੜਾ ਤਰੀਕਾ ਇਸ ਵਾਰੀ ਅਪਣਾਇਆ ਜਾ ਰਿਹਾ ਹੈ ਆਨਲਾਈਨ, ਜਾਂ ਆਪਾਂ ਕਹਿ ਸਕਦੇ ਹਾਂ ਕਿ ਮੀਡੀਆ ਨੂੰ ਵਰਤਣ ਦਾ, ਸੋਸ਼ਲ ਮੀਡੀਆ ਨੂੰ ਵਰਤਣ ਦਾ, ਜਾਂ ਹੋਰ ਜਿਹੜੇ ਵੱਖ-ਵੱਖ ਪੱਖ ਨੇ ਮੀਡੀਆ ਦੇ ਉਹਨਾਂ ਨੂੰ ਨਾਲ ਲੈ ਕੇ ਚੱਲਣ ਦਾ। ਸੋ ਇਸ ਕਰਕੇ ਵਧੀਆ ਤਰੀਕਾ ਹੈ, ਉਸ ਨੂੰ ਅਪਣਾਉਣਾ ਚਾਹੀਦਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਟੈਕਨੋਲੋਜੀ ਦਾ ਜਿਹੜਾ ਹੈਗਾ ਇਸ ਤਰ੍ਹਾਂ ਦੀ ਹੀ ਸਾਨੂੰ ਕਰਨਾ ਪਏਗਾ, ਇੱਥੋਂ ਫਾਇਦਾ ਉਠਾਉਣਾ ਪਏਗਾ। ਜਿਹੜਾ ਆਪਸੀ ਜਿਹੜਾ ਮੇਲ ਜੋਲ ਹੈ, ਯਾਨੀ ਕਿ ਜਿਵੇਂ ਉਹ ਪਹਿਲਾਂ ਪਰੰਪਰਾ ਜਿਹੜਾ ਉਹਨਾਂ ਦੀ ਚੱਲਦੀ ਆ ਰਹੀ ਹੈ ਕਿ ਅਸੀਂ ਜਿਵੇਂ ਲੋਕਾਂ ਨੂੰ ਮਿਲਦੇ ਆ ਔਰ ਆਪਾਂ ਸਾਰੇ ਜਾਣਦੇ ਹਾਂ ਕਿ ਉਹਦੇ ਵਿੱਚ ਨਸ਼ੇ ਵੀ ਵਰਤਾਏ ਜਾਂਦੇ ਆ, ਉਹਦੇ ਵਿੱਚ ਪੈਸਾ ਵੀ ਵੰਡਿਆ ਜਾਂਦਾ ਹੈ, ਉਹਦੇ ਵਿੱਚ ਤਾਕਤ ਦੀ ਜਿਹੜੀ ਇਸਤੇਮਾਲ ਹੈ ਉਹ ਵੀ ਬਹੁਤ ਜ਼ਿਆਦਾ ਹੁੰਦਾ ਹੈ। ਸੋ ਉਸ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਔਰ ਉਸ ਨੇ ਜਿਹੜਾ ਹੈਗਾ ਭਾਰਤ ਦੇ ਜਿਹੜਾ ਲੋਕਤੰਤਰ ਹੈ, ਭਾਰਤੀ ਡੈਮੋਕ੍ਰੇਸੀ ਹੈ, ਉਹਦਾ ਵੱਡਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਸਾਰੀ ਚੀਜ਼ ਨੇ। ਸੋ ਉਸ ਤੋਂ ਬਚਣ ਦੀ ਲੋੜ ਹੈ। ਔਰ ਜੇਕਰ ਐਤਕੀ ਮੌਕਾ ਮਿਲਿਆ ਹੈ ਤਾਂ ਸਾਨੂੰ ਡਿਜੀਟਲ ਤਰੀਕੇ ਦੇ ਰਾਹੀਂ ਹੀ ਜਿਹੜਾ ਹੈਗਾ ਚੋਣ ਪ੍ਰਚਾਰ ਕਰਨ ਦੀ ਲੋੜ ਹੈ। ਔਰ ਇਹ ਵੱਖ-ਵੱਖ ਪਾਰਟੀਆਂ ਨੂੰ ਵੀ ਇਹਦੇ ਉੱਤੇ ਨਿਰਭਰ ਹੋਣਾ ਚਾਹੀਦਾ ਹੈ, ਔਰ ਕਿਉਂਕਿ ਇਹਦੇ ਇੱਕ ਸੌਖਾ ਤਰੀਕਾ ਵੀ ਹੈ ਔਰ ਵਧੀਆ ਤਰੀਕਾ ਵੀ ਹੈ, ਔਰ ਇਹਦੇ ਤੋਂ ਪੈਸਿਆਂ ਦੀ ਵੀ ਬਚਤ ਹੋਏਗੀ। ਇਹਦੇ ਤੋਂ ਜਿਹੜੀ ਭ੍ਰਿਸ਼ਟਾਚਾਰੀ ਹੈ ਚੋਣਾਂ ਦੇ ਦੌਰਾਨ ਹੁੰਦੀ ਹੈ, ਆਪਾਂ ਸਾਰੇ ਜਾਣਦੇ ਹਾਂ ਕਿ ਭ੍ਰਿਸ਼ਟਾਚਾਰ ਜਿਹੜਾ ਹੈਗਾ ਬਹੁਤ ਲਗਾਤਾਰ ਵਧਿਆ ਹੈ ਪਿਛਲੇ ਦਿਨਾਂ ਦੇ ਵਿੱਚ। ਔਰ ਚੋਣਾਂ ਦਾ ਜਿਹੜਾ ਹੈਗਾ ਸਿਆਸੀਕਰਨ, ਆਪਾਂ ਕਹਿ ਸਕਦੇ ਭ੍ਰਿਸ਼ਟਾਚਾਰ ਦਾ ਸਿਆਸੀਕਰਨ ਜਦੋਂ ਹੁੰਦਾ ਹੈ ਔਰ ਸਿਆਸਤ ਦਾ ਭ੍ਰਿਸ਼ਟਾਚਾਰ ਜਿਹੜੀ ਹੈਗੀ ਆ ਉਹ ਸਾਹਮਣੇ ਆਉਂਦੀ ਹੈ ਤਾਂ ਲਾਜ਼ਮੀ ਤੌਰ ਤੇ ਉਹਦੇ ਨਾਲ ਪੰਜਾਬੀਆਂ ਦਾ ਔਰ ਭਾਰਤੀਆਂ ਦਾ ਨੁਕਸਾਨ ਹੁੰਦਾ ਹੈ। ਸੋ ਆਮ ਲੋਕਾਂ ਦਾ ਨੁਕਸਾਨ ਹੁੰਦਾ ਹੈ। ਸੋ ਉਹਦੋਂ ਬਚਾਉਣ ਦੇ ਲਈ ਅੱਜ ਮੇਰਾ ਖਿਆਲ ਹੈ ਕਿ ਚੋਣ ਕਮਿਸ਼ਨਰ ਵੱਡੇ ਫੈਸਲੇ ਕਰੇਗਾ ਔਰ ਲਗਭਗ ਇਹੀ ਉਮੀਦ ਹੈ ਕਿ ਇਸੇ ਚੀਜ਼ ਨੂੰ ਜਾਂ ਇਸ ਤੋਂ ਜ਼ਿਆਦਾ ਪਾਬੰਦੀਆਂ ਨੂੰ ਹੀ ਅੱਗੇ ਵਧਾਇਆ ਜਾਵੇਗਾ। ਔਰ ਕਿਉਂਕਿ ਇਸ ਵੇਲੇ ਇਹ ਚੋਣ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਬਿਮਾਰੀ ਦਾ ਜਿਹੜਾ ਖਤਰਾ ਹੈ ਇਹ ਲਗਾਤਾਰ ਵੱਧ ਰਿਹਾ ਹੈ, ਉਸ ਤੋਂ ਗਰੇਜ਼ ਕਰਨ ਦੀ ਲੋੜ ਹੈ ਔਰ ਬਚ ਕੇ ਚੱਲਣ ਦੀ ਲੋੜ ਹੈ ਤਾਂ ਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਜਿੰਦ ਜਾਨ ਹੈ ਜਾਂ ਜਿੱਥੇ-ਜਿੱਥੇ ਇਹ ਚੋਣਾਂ ਹੋ ਰਹੀਆਂ ਨੇ ਉਹਨਾਂ ਦੀ ਜਾਨ ਮਾਲ ਦੀ ਜਿਹੜੀ ਰੱਖਿਆ ਹੈ ਉਹ ਸਭ ਤੋਂ ਇੰਪੋਰਟੈਂਟ ਸਾਡੇ ਸਾਰਿਆਂ ਦੇ ਲਈ ਹੈ। ਸੋ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਫੈਸਲੇ ਕਰਨੇ ਚਾਹੀਦੇ ਨੇ ਗੁਰਪ੍ਰੀਤ ਜੀ। ਬਿਲਕੁਲ, ਜਿੱਥੇ ਇਸ ਵਾਰ ਸਿਆਸੀ ਸਮੀਕਰਨ ਨੇ ਜਿਹੜੇ ਵੱਖਰੇ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਜਿਹੜਾ ਚੋਣ ਪ੍ਰਚਾਰ ਹੈ ਉਹ ਵੀ ਕਿਤੇ ਨਾ ਕਿਤੇ ਫਿਜ਼ੀਕਲ ਦੀ ਥਾਂ ਤੇ ਡਿਜੀਟਲ ਕੀਤਾ ਜਾਣਾ ਹੈ। ਤਾਂ ਅੱਜ ਜਿਹੜੀ ਰਿਵਿਊ ਮੀਟਿੰਗ ਹੈ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਖੁੱਲ੍ਹ ਹੈ ਜਿਹੜੀ ਆਪਾਂ ਕਹਿ ਸਕਦੇ ਹਾਂ ਨਹੀਂ ਦਿੱਤੀ ਜਾ ਸਕਦੀ। ਜਿਸ ਤਰ੍ਹਾਂ ਕਰੋਨਾ ਦੇ ਅੰਕੜੇ ਨੇ ਲਗਾਤਾਰ ਰਿਕਾਰਡ ਤੋੜ ਸਾਹਮਣੇ ਆ ਰਹੇ ਨੇ। ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਖਬਰ ਸਵੇਰ 'ਚ ਸ਼ਾਮਲ ਹੋਏ ਤੇ ਚਰਚਾ ਕੀਤੀ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਹ ਸਨ ਸਾਡੇ ਨਾਲ ਡਾਕਟਰ ਭੀਮਿੰਦਰ ਸਿੰਘ, ਜਿਨ੍ਹਾਂ ਨੇ ਹੁਣ ਤੱਕ ਦੀਆਂ ਮੁੱਖ ਸਿਆਸੀ ਖਬਰਾਂ ਦੇ ਉੱਤੇ ਚਰਚਾ ਕੀਤੀ। ਕਿਸ ਤਰ੍ਹਾਂ ਦੇ ਸਿਆਸੀ ਸਮੀਕਰਨ ਰਹਿਣਗੇ, ਕਿਸ ਤਰ੍ਹਾਂ ਜਿਹੜੀਆਂ ਪਾਰਟੀਆਂ ਨੇ ਚੋਣ ਮੈਦਾਨ ਦੇ ਵਿੱਚ ਆਉਣਗੀਆਂ, ਕਿਵੇਂ ਉਮੀਦਵਾਰਾਂ ਦੇ ਐਲਾਨ ਹੋਣਗੇ, ਤਾਂ ਕਿਸ ਤਰ੍ਹਾਂ ਦਾ ਵੱਡੇ ਧਮਾਕੇ ਪਾਰਟੀਆਂ ਦੇ ਵਿੱਚ ਹੋ ਸਕਦੇ ਨੇ। तमाम ਖਬਰਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਖਬਰ ਸਵੇਰ ਦੇ ਵਿੱਚ ਫਿਲਹਾਲ ਹੁਣ ਤੱਕ ਲਈ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।